8ਵੀਂ ਕਲਾਸ 'ਚ ਸੀਗੀ ਜਦੋਂ ਮੈਂ। ਉਦੋਂ ਅਸੀਂ ਲਾਈਨ ਕਰੋਸ ਕਰਕੇ ਸਕੂਲ ਜਾਂਦੇ ਹੁੰਦੇ ਸੀਗੇ, ਰੇਲਵੇ ਲਾਈਨ। ਹਾਂਜੀ। ਅਤੇ ਸਕੂਲ ਤੋਂ ਬਾਅਦ ਘਰ ਵਾਪਸ ਆਉਂਦੇ ਵਕਤ ਮੇਰਾ ਮਤਲਬ ਲਾਈਨ ਦੀ ਪਟੜੀ ਤੋਂ ਪੈਰ ਫਿਸਲ ਗਿਆ, ਅਤੇ ਜਿਹੜੇ ਉੱਥੇ ਪੱਥਰ ਪਏ ਹੁੰਦੇ ਆ ਉਹਨਾਂ ਦੇ ਉੱਤੇ ਗਿਰ ਗਈ ਮੈਂ, ਅਤੇ ਉਹ ਰੀੜ੍ਹ ਦੀ ਹੱਡੀ 'ਤੇ ਸੱਟ ਵੱਜੀ। ਮੈਂ ਇਹ ਸਭ ਦੇਖ ਕੇ ਨਹੀਂ ਕੀਤਾ। ਮੈਨੂੰ ਇਸ ਤਰ੍ਹਾਂ ਸੀਗਾ ਕਿ ਚਲੋ ਮੇਰਾ ਇਲਾਜ ਤਾਂ ਨਹੀਂ ਹੋਇਆ ਹੈਗਾ ਗਾ, ਚਲੋ ਕਿਵੇਂ ਨਾ ਕਿਵੇਂ ਵੀ ਆਪਣੀ ਸਟੱਡੀ ਸ਼ੁਰੂ ਕਰਾਂ ਅਤੇ ਆਪਣੇ ਕੁਛ ਮੇਰਾ ਅੱਗੇ ਤੱਕ ਬਣ ਸਕੇ, ਅਗਲੀ ਲਾਈਫ ਜਿਹੜੀ ਸੀ ਵੀ ਵਧੀਆ ਨਿਕਲ ਜੇ, ਸਟੱਡੀ ਕਰਾਂ ਔਰ ਕੋਈ ਮੇਰਾ ਕੰਮ ਕਾਰ ਦਾ ਕੋਈ ਵਧੀਆ ਚੱਲ ਜੇ, ਬਣ ਜਾਏਗਾ। ਇਸ ਲਈ ਮੈਂ ਸਟੱਡੀ ਸ਼ੁਰੂ ਕੀਤੀ ਗਈ। ਮੈਂ ਕੋਈ ਇਸ ਤਰ੍ਹਾਂ ਨਹੀਂ ਵੇਖਿਆ ਹੈਗਾ ਕਿ ਮੈਨੂੰ ਛੋਟੇ ਬੱਚਿਆਂ 'ਚ ਬੈਠਣਾ ਪਊਗਾ ਐਗਜ਼ਾਮ ਦੇਣ ਲਈ ਜਾਂ ਕਿਸ ਤਰ੍ਹਾਂ, ਮੈਂ ਕੋਈ ਇੱਦਾਂ ਦਾ ਨਹੀਂ। ਆਪਰੇਸ਼ਨ ਤਾਂ ਇੱਕ ਹੀ ਕਰਾਇਆ ਸੀਗਾ, ਪਰ ਉਸ ਤੋਂ ਬਾਅਦ ਅਸੀਂ ਫਿਰ ਗਏ ਸੀਗੇ ਡਾਕਟਰ ਕੋਲ ਵਿਖਾਉਣ ਵਾਸਤੇ, ਅਤੇ ਉਹਨਾਂ ਨੇ ਰੀਸਰਜਰੀ ਦੱਸੀ ਸੀਗੀ, ਪਰ ਉਹ ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈਗੀ ਕਿ ਸਾਡੀ ਉਸ ਤੋਂ ਬਾਅਦ ਵੀ ਸਕਸੈਸ ਹੋਵੇ ਤੁਹਾਡਾ ਆਪਰੇਸ਼ਨ ਕਰਨਾ। ਬਿਲਕੁਲ ਹੀ ਮਤਲਬ ਕਿ ਇਸ ਤਰ੍ਹਾਂ ਹੋ ਗਿਆ ਸੀਗਾ ਕਿ ਖਤਮ ਹੀ ਹੋ ਗਈ ਲਾਈਫ। ਮੈਂ ਬਸ ਉਦੋਂ ਕੁਛ ਵੀ ਨਹੀਂ ਸੀਗਾ, ਚੁੱਪਚਾਪ ਅੰਦਰ ਹੀ ਬੈਠੀ ਰਹਿੰਦੀ ਸੀ। ਹਾਂਜੀ। ਤੁਹਾਡੀ ਬੱਚੀ ਨੇ ਹੁਣ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਹੈ ਔਰ ਪਹਿਲਾਂ ਹਾਦਸਾ ਹੋ ਗਿਆ ਸੀ, ਵਿੱਚ ਪੜ੍ਹਾਈ ਰੁਕ ਗਈ ਸੀਗੀ, ਤਾਂ ਕਿਵੇਂ ਹੁਣ ਤੁਹਾਨੂੰ ਮਹਿਸੂਸ ਹੁੰਦਾ? ਵੀ ਮਹਿਸੂਸ ਤਾਂ ਹੁੰਦਾ ਹੀ ਜੀ, ਮੇਰੇ ਹੋਰ ਵੀ ਬੱਚੇ ਹੈਗੇ ਆ, ਇਹ ਵੱਡੀ ਆ ਸਾਰਿਆਂ ਤੋਂ, ਸਮਝਦੀ ਇਹਨੇ ਤਾਂ ਜ਼ਿਆਦਾ ਚੜ੍ਹਾਈ ਕਰਨੀ ਸੀ। ਆਪ ਚੀਜ਼ਾਂ ਵਧੀਆ ਬਣਾ ਲੈਂਦੀ ਹੈ, ਬੈਠੀ ਨੂੰ ਕੋਈ ਨਹੀਂ ਕਹਿੰਦਾ, ਰੋਟੀ ਪਾਣੀ ਸਾਰਾ ਕੁਝ ਵਧੀਆ ਬਣਾ ਲੈ। ਹਾਂਜੀ, ਸਾਰਾ ਵਧੀਆ ਬਣਾ ਲੈਂਦੀ ਹੈ। ਹਾਂਜੀ, ਵੀਲ ਚੇਅਰ 'ਤੇ ਹੁਣ ਸਵੇਰੇ ਅਸੀਂ ਕਾਹਲੀ 'ਚ ਚਲੇ ਗਏ, ਝਾੜੂ ਬੋਕਰ ਇਹਨੇ ਕੀਤੇ ਸਾਰਾ। ਇਲਾਜ ਕਰਨੀ ਧਿਆਨ ਜਾਊਗਾ ਵੀ ਕਿਵੇਂ ਨਾ ਕਿਵੇਂ ਇਲਾਜ ਹੋ ਜੇ, ਠੀਕ ਹੋ ਜਾਵਾਂ। ਪਰ ਇੱਕ ਤੁਸੀਂ ਲੜਕੀ ਹੋ, ਜਿਵੇਂ ਤੁਸੀਂ ਕਿਹਾ ਤੁਹਾਡੀ ਦੂਜੀ ਸਿਸਟਰਸ ਵੀ ਮੈਰਿਡ ਨੇ, ਪਰ ਉਹ ਕਦੇ ਸੋਚਦੇ ਹੋ ਜਾਂ ਚਾਹੁੰਦੇ ਹੋ ਵੀ ਤੁਹਾਡੀ ਵੀ ਸ਼ਾਦੀ ਹੋਵੇ? ਉਹ ਤਾਂ ਦੇਖੋ ਸਾਰੇ ਹੀ ਦੇ ਮਨ 'ਚ ਹੀ ਹੁੰਦੀ ਹੈ ਗੱਲ, ਤਾਂ ਵੀ ਆਪਣਾ ਘਰ ਪਰਿਵਾਰ ਹੋਵੇ, ਹੈ ਨਾ, ਵੀ ਜਿਵੇਂ ਮੇਰੇ ਭੈਣ ਭਰਾ ਅੱਗੇ ਵਧੇ ਹੋਏ ਨੇ ਉਹਨਾਂ 'ਤੇ ਵੀ ਮੈਂ ਵੀ ਇਸੇ ਤਰ੍ਹਾਂ ਹੀ ਹੁਣ ਠੀਕ ਹੁੰਦੀ ਤਾਂ ਉਹ ਜਾਂਦਾ ਤਾਂ ਹੈਗਾ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਦੋਂ ਧਿਆਨ ਮਾਰੀਦਾ ਫਿਰ ਚੁੱਪ ਕਰ ਜਾਈਦਾ। ਬਸ ਥੋੜ੍ਹਾ ਜਿਹਾ ਇਹਨੂੰ ਤੁਰਨ ਦੀ ਉਹ ਹੋਈ ਵੀ ਆ, ਪਤਾ ਵੀ ਲੱਗਦਾ ਇਹਨੂੰ, ਅਤੇ ਵੀ ਬਸ ਤੁਰ ਹੀ ਨਹੀਂ ਪਾਉਂਦੀ ਹੈਗੀ, ਨਾੜਾਂ ਦਾ ਕਰਕੇ ਹੋ ਗਿਆ ਵੀ ਕਿਵੇਂ ਨਾੜ ਬਲੋਕ ਹੋ ਗਈ। ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕਿਸੇ ਮੁਕਾਮ 'ਤੇ ਜਾ ਕੇ ਇਨਸਾਨ ਤੋਂ ਜਿਹੜੀਆਂ ਦੁਨਿਆਵੀ ਦੌਲਤਾਂ ਹੁੰਦੀਆਂ ਨੇ ਉਹ ਖੁੱਸ ਜਾਂਦੀਆਂ ਨੇ, ਪਰ ਵਿੱਦਿਆ ਇੱਕ ਅਜਿਹੀ ਦੌਲਤ ਹੈ ਜਿਸ ਨੂੰ ਕਿ ਤੁਹਾਡੇ ਤੋਂ ਕੋਈ ਵੀ ਨਹੀਂ ਖੋਹ ਸਕਦਾ, ਕੋਈ ਵੀ ਨਹੀਂ ਉਹਨੂੰ ਛਿਨ ਸਕਦਾ। ਪਰ ਕਈ ਵਾਰ ਜਿਹੜੀ ਵਿੱਦਿਆ ਹੈ, ਜਦੋਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਨੇ ਕਿ ਕਈਆਂ ਦੀ ਜਿਹੜੀ ਪੜ੍ਹਾਈ ਹੈ ਉਹ ਵਿੱਚ ਰੁਕ ਜਾਂਦੀ ਹੈ। ਕਈ ਕਾਰਨਾਂ ਕਰਕੇ ਜਿਹੜੀ ਪੜ੍ਹਾਈ ਅਸੀਂ ਦੇਖਦੇ ਹਾਂ, ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਪੜ੍ਹ ਨਹੀਂ ਪਾਉਂਦੇ, ਹਾਲਾਂਕਿ ਕਾਫੀ ਗੁਣ ਵੀ ਹੁੰਦਾ ਹੈ ਕਈ ਲੋਕਾਂ ਦੇ ਵਿੱਚ, ਪਰ ਫਿਰ ਵੀ ਨਹੀਂ ਪੜ੍ਹ ਪਾਉਂਦੇ ਕਿਉਂਕਿ ਉਹਨਾਂ ਦੇ ਉੱਪਰ ਮੁਸੀਬਤ ਹੀ ਅਜਿਹੀ ਪੈ ਜਾਂਦੀ ਹੈ। ਅੱਜ ਸਾਡੇ ਨਾਲ ਇੱਕ ਅਜਿਹੀ ਭੈਣ ਮੌਜੂਦ ਹੈ ਔਰ ਇਹਨਾਂ ਦੀ ਬੜੀ ਇੰਸਪੀਰੇਸ਼ਨਲ ਕਹਾਣੀ ਤੁਹਾਡੇ ਅਸੀਂ ਸਾਹਮਣੇ ਲੈ ਕੇ ਆਏ ਹਾਂ, ਤੁਹਾਡੇ ਰੂਬਰੂ ਕਰਾਂਗੇ ਰੁਕਮਨੀ ਨੂੰ। ਤੁਸੀਂ ਦੇਖ ਸਕਦੇ ਹੋ ਕਿ ਰੁਕਮਨੀ ਵੀਲ ਚੇਅਰ 'ਤੇ ਬੈਠੇ ਹੋਏ ਨੇ, ਪਰ ਇਹਨਾਂ ਦਾ ਹੌਸਲਾ ਜਿਹੜਾ ਹੈ ਇਸ ਵੀਲ ਚੇਅਰ ਨੂੰ ਵੀ ਮਾਤ ਪਾਉਂਦਾ ਹੈ। ਰੁਕਮਨੀ ਮਹਿਜ਼ 12 ਸਾਲ ਦੇ ਸੀਗੇ ਜਦੋਂ ਇਹ ਸਕੂਲ ਜਾਂਦੇ ਸੀ, ਇੱਕ ਆਮ ਬੱਚਿਆਂ ਦੀ ਤਰ੍ਹਾਂ ਸਕੂਲ ਜਾਂਦੇ ਸੀ ਔਰ ਪੜ੍ਹਨ ਦੀ ਬੜੀ ਇਸ ਲੜਕੀ ਨੂੰ ਤਾਂਘ ਸੀ, ਪੜ੍ਹਾਈ ਦਾ ਬੜਾ ਜਜ਼ਬਾ ਸੀ। ਪਰ ਇੱਕ ਐਕਸੀਡੈਂਟ ਨੇ ਜਿਹੜਾ ਹੈ ਇਹਨਾਂ ਦੀ ਰੀੜ੍ਹ ਦੀ ਹੱਡੀ ਦੇ ਉੱਪਰ ਅਜਿਹਾ ਅਸਰ ਪਾਇਆ ਕਿ ਇਹ ਉਸ ਤੋਂ ਬਾਅਦ ਕਦੇ ਵੀ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕੇ। ਪਰ ਉਹ ਮੰਦਭਾਗਾ ਹਾਦਸਾ ਵੀ ਰੁਕਮਨੀ ਦੇ ਜਜ਼ਬੇ ਨੂੰ ਉਹਨਾਂ ਦੀ ਮੰਜ਼ਿਲ ਹਾਸਿਲ ਕਰਨ ਦੇ ਵਿੱਚ ਨਹੀਂ ਰੋਕ ਪਾਇਆ। ਰੁਕਮਨੀ ਜਦੋਂ 12 ਸਾਲ ਦੇ ਸੀਗੇ ਉਦੋਂ ਇਹਨਾਂ ਦੇ ਨਾਲ ਇੱਕ ਅਜਿਹਾ ਹਾਦਸਾ ਵਾਪਰਿਆ ਕਿ ਇਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਹੈ ਉਸ 'ਤੇ ਅਸਰ ਪਿਆ ਔਰ ਨਹੀਂ ਚੱਲ ਫਿਰ ਸਕੇ। ਪਰ ਜਿਹੜਾ ਜਜ਼ਬਾ ਹੈ
ਪੜ੍ਹਨ ਦਾ ਜਜ਼ਬਾ ਸੀ ਰੁਕਮਣੀ ਦੇ ਅੰਦਰ ਹੀ ਅੰਦਰ। ਉਹਨਾਂ ਨੂੰ ਜਿਹੜਾ ਹੈ ਚਾਹੁੰਦੇ ਸੀਗੇ ਰੁਕਮਣੀ ਕਿ ਮੈਂ ਪੜ੍ਹਨਾ ਹੈ। ਕਾਫੀ ਆਪਰੇਸ਼ਨਸ ਵੀ ਇਹਨਾਂ ਦੇ ਹੋਏ, ਪਰ ਉਸ ਤੋਂ ਬਾਅਦ ਲੋਕਡਾਊਨ ਦੇ ਵਿੱਚ ਇਹਨਾਂ ਨੇ ਫੇਰ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਲੋਕਡਾਊਨ ਦੇ ਵਿੱਚ 10ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਔਰ ਇਸ ਵੇਲੇ 12ਵੀਂ ਦੀ ਤਿਆਰੀ ਕਰ ਰਹੇ ਨੇ। ਔਰ ਇਸ ਦੇ ਨਾਲ ਨਾਲ ਸੈਲਫ ਡਿਪੈਂਡੈਂਟ ਨੇ, ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਨੇ ਔਰ ਜਿਹੜਾ ਆਪਣੀ ਪੜ੍ਹਾਈ ਦਾ ਖਰਚਾ ਜਾਂ ਹੋਰ ਜਿਹੜੇ ਆਪਣੇ ਖਰਚੇ ਨੇ ਉਹ ਉਹਨਾਂ ਬੱਚਿਆਂ ਦੀ ਫੀਸ ਤੋਂ ਜਿਹੜਾ ਹੈ ਕੱਢਦੇ ਨੇ। ਗੱਲਬਾਤ ਕਰਾਂਗੇ ਰੁਕਮਣੀ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਰੁਕਮਣੀ ਤੁਹਾਡਾ। ਕੀ ਹਾਲ ਹੈ ਤੁਹਾਡਾ, ਠੀਕ ਹੋ? ਹਾਂਜੀ ਵਧੀਆ। ਅੱਛਾ ਰੁਕਮਣੀ, ਤੁਸੀਂ ਦੁਬਾਰਾ ਸਟੱਡੀ ਸ਼ੁਰੂ ਕੀਤੀ ਹੈ, ਜਦੋਂ ਇੰਨੇ ਸਾਲ ਦਾ ਗੈਪ ਪੈ ਜੇ ਔਰ ਹੁਣ ਜਿਵੇਂ ਤੁਹਾਡੀ 32 ਸਾਲ ਦੀ ਉਮਰ ਹੈ ਤੇ ਅਸੀਂ ਸੋਚਦੇ ਹਾਂ ਵੀ ਅਸੀਂ ਦੁਬਾਰਾ ਸਕੂਲ ਜਾਵਾਂਗੇ ਜਾਂ ਛੋਟੇ ਬੱਚਿਆਂ ਦੇ ਵਿੱਚ ਬੈਠ ਕੇ ਐਗਜ਼ਾਮ ਦੇਵਾਂਗੇ, ਤਾਂ ਕਿੰਨਾ ਕੁ ਤੁਹਾਡੇ ਲਈ ਮਤਲਬ ਚੈਲੰਜਿੰਗ ਸੀ, ਕਿੰਨਾ ਕੁ ਮੁਸ਼ਕਿਲ ਸੀ ਤੁਹਾਡੇ ਲਈ ਇਹ? ਮੈਂ ਇਹ ਸਭ ਦੇਖ ਕੇ ਨਹੀਂ ਕੀਤਾ। ਮੈਨੂੰ ਇਸ ਤਰ੍ਹਾਂ ਸੀਗਾ ਕਿ ਚਲੋ ਮੇਰਾ ਇਲਾਜ ਤਾਂ ਨਹੀਂ ਹੋਇਆ ਹੈਗਾ ਗਾ, ਚਲੋ ਕਿ ਮੈਂ ਕਿਵੇਂ ਵੀ ਆਪਣੀ ਸਟੱਡੀ ਸ਼ੁਰੂ ਕਰਾਂ ਅਤੇ ਆਪਣੇ ਕੁਛ ਮੇਰਾ ਅੱਗੇ ਤੱਕ ਬਣ ਸਕੇ, ਅਗਲੀ ਲਾਈਫ ਜਿਹੜੀ ਸੀ ਵੀ ਵਧੀਆ ਨਿਕਲ ਜੇ, ਸਟੱਡੀ ਕਰਾਂ ਔਰ ਕੋਈ ਮੇਰਾ ਕੰਮ ਕਾਰ ਦਾ ਕੋਈ ਵਧੀਆ ਚੱਲ ਜੇ, ਬਣ ਜਾਏਗਾ। ਇਸ ਲਈ ਮੈਂ ਸਟੱਡੀ ਸ਼ੁਰੂ ਕੀਤੀ ਕਿ ਮੈਂ ਕੋਈ ਇਸ ਤਰ੍ਹਾਂ ਨਹੀਂ ਵੇਖਿਆ ਹੈਗਾ ਕਿ ਮੈਨੂੰ ਛੋਟੇ ਬੱਚਿਆਂ 'ਚ ਬੈਠਣਾ ਪਊਗਾ ਐਗਜ਼ਾਮ ਦੇਣ ਲਈ ਜਾਂ ਕਿਸ ਤਰ੍ਹਾਂ, ਮੈਂ ਕੋਈ ਇੱਦਾਂ ਦਾ ਨਹੀਂ ਸੋਚਿਆ। ਨਹੀਂ। ਅੱਛਾ ਐਗਜ਼ੈਕਟ ਹੋਇਆ ਕੀ ਸੀ, ਕੀ ਮਤਲਬ ਇੰਸੀਡੈਂਟ ਹੋਇਆ ਕਿ ਤੁਸੀਂ ਬਿਲਕੁਲ ਨਾਰਮਲ ਇੱਕ ਤੁਸੀਂ ਚੱਲਣ ਫਿਰਨ ਵਾਲੀ ਲੜਕੀ ਸੀਗੇ ਔਰ ਇਹੋ ਜਿਹਾ ਕੀ ਹੋਇਆ ਵੀ ਤੁਸੀਂ ਵੀਲ ਚੇਅਰ 'ਤੇ ਬੈਠ ਗਏ? 8ਵੀਂ ਕਲਾਸ 'ਚ ਸੀਗੀ ਜਦੋਂ ਮੈਂ, ਉਦੋਂ ਅਸੀਂ ਲਾਈਨ ਕ੍ਰੋਸ ਕਰਕੇ ਸਕੂਲ ਜਾਂਦੇ ਹੁੰਦੇ ਸੀਗੇ, ਰੇਲਵੇ ਲਾਈਨ। ਹਾਂਜੀ। ਅਤੇ ਸਕੂਲ ਤੋਂ ਬਾਅਦ ਘਰ ਵਾਪਸ ਆਉਂਦੇ ਵਕਤ ਮੇਰਾ ਮਤਲਬ ਲਾਈਨ ਦੀ ਪਟੜੀ ਤੋਂ ਪੈਰ ਫਿਸਲ ਗਿਆ ਅਤੇ ਜਿਹੜੇ ਉੱਥੇ ਪੱਥਰ ਪਏ ਹੁੰਦੇ ਆ ਉਹਨਾਂ ਦੇ ਉੱਤੇ ਗਿਰ ਗਈ ਮੈਂ, ਅਤੇ ਉਹ ਰੀੜ੍ਹ ਦੀ ਹੱਡੀ 'ਤੇ ਸੱਟ ਵੱਜੀ। ਉਸ ਤੋਂ ਬਾਅਦ ਇਲਾਜ ਕਾਫੀ ਕਰਾਇਆ ਪਰ ਨਹੀਂ ਹੋਇਆ ਠੀਕ। ਹਾਂਜੀ ਆਪਰੇਸ਼ਨ ਵਗੈਰਾ ਵੀ। ਕਿੰਨੇ ਆਪਰੇਸ਼ਨ ਤਾਂ ਇੱਕ ਹੀ ਕਰਾਇਆ ਸੀਗਾ, ਪਰ ਉਸ ਤੋਂ ਬਾਅਦ ਅਸੀਂ ਫਿਰ ਗਏ ਸੀਗੇ ਡਾਕਟਰ ਕੋਲ ਵਿਖਾਉਣ ਵਾਸਤੇ, ਅਤੇ ਉਹਨਾਂ ਨੇ ਰੀਸਰਜਰੀ ਦੱਸੀ ਸੀਗੀ, ਪਰ ਉਹ ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈਗੀ ਕਿ ਸਾਡੀ ਉਸ ਤੋਂ ਬਾਅਦ ਵੀ ਸਕਸੈਸ ਹੋਵੇ ਤੁਹਾਡਾ ਆਪਰੇਸ਼ਨ ਜਾਣਾ। ਹਾਂਜੀ। ਤੁਸੀਂ ਮਤਲਬ ਬਿਲਕੁਲ ਵੀ ਆਪਣੇ ਸਹਾਰੇ ਨਾਲ ਜਾਂ ਖੁਦ ਨਹੀਂ ਚੱਲ ਫਿਰ ਸਕਦੇ? ਨਹੀਂ ਜੀ, ਵੀਲ ਚੇਅਰ 'ਤੇ, ਬਿਲਕੁਲ ਵੀਲ ਚੇਅਰ 'ਤੇ ਆ। ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ, ਕਿੰਨੇ ਤੁਸੀਂ ਬ੍ਰਦਰ ਸਿਸਟਰ ਹੋ? ਮੇਰੇ 2 ਬ੍ਰਦਰਸ 2 ਸਿਸਟਰ, ਮਮ ਡੈਡ। ਹਾਂਜੀ। 5 ਭਾਈ ਭੈਣ ਤੁਸੀਂ? ਹਾਂਜੀ ਹਾਂਜੀ। ਤੇ ਤੁਸੀਂ ਕਿੰਨੇਵੇਂ ਨੰਬਰ ਤੇ ਆਉਂਦੇ ਹੋ? ਮੈਂ ਵੱਡੀ ਸਭ ਤੋਂ ਵੱਡੇ। ਹਾਂਜੀ। ਤੇ ਬਾਕੀ ਜਿਹੜੇ ਤੁਹਾਡੇ ਬ੍ਰਦਰ ਸਿਸਟਰ ਹੈ ਉਹ ਮੈਰਿਡ ਨੇ? ਨਹੀਂ, ਸਿਸਟਰ ਮੈਰਿਡ ਨੇ, ਬ੍ਰਦਰ ਅਨਮੈਰਿਡ। ਹਾਂਜੀ। ਤੇ ਤੁਹਾਡੀ ਮੈਰਿਜ, ਤੁਸੀਂ ਆਪਣੀ ਮੈਰਿਜ ਬਾਰੇ ਨਹੀਂ ਸੋਚਿਆ? ਨਹੀਂ ਜੀ, ਮੈਂ ਹਜੇ ਇੱਦਾਂ ਦਾ ਕੁਛ ਨਹੀਂ ਸੋਚਿਆਗਾ, ਬਸ ਇਸ ਤਰ੍ਹਾਂ ਕਿ ਥੋੜ੍ਹਾ ਆਪਣੇ ਪੈਰਾਂ 'ਤੇ ਹੋ ਜਾਵਾਂ, ਸਟੱਡੀ ਸ਼ੁਰੂ ਕੀਤੀ, ਸਟੱਡੀ ਕੰਪਲੀਟ ਹੋ ਜੇ ਔਰ ਆਪਣੇ ਕਿਵੇਂ ਨਾ ਕਿਵੇਂ ਆਪਣੇ ਪੈਰਾਂ 'ਤੇ ਹੋ ਜਾਵਾਂ, ਉਸ ਤੋਂ ਬਾਅਦ ਸੋਚ ਲਾਂਗੇ ਕੁਛ। ਮੈਂ ਹਜੇ ਤੁਹਾਡੀ ਮਤਲਬ 32 ਸਾਲ ਦੇ ਹੋ ਤੁਸੀਂ? ਹਾਂਜੀ। ਬਾਕੀ ਜਦੋਂ ਇੱਦਾਂ ਦਾ ਕੁਛ ਹੋ ਗਿਆ ਤਾਂ ਬਸ ਕੁਛ ਵੀ ਸੋਚਿਆ ਹੀ ਨਹੀਂ ਗਿਆ ਗਾ, ਇਲਾਜ ਕਰਨੀ ਧਿਆਨ ਜਾਊਗਾ ਵੀ ਕਿਵੇਂ ਨਾ ਕਿਵੇਂ ਇਲਾਜ ਹੋ ਜੇ, ਠੀਕ ਹੋ ਜਾਵਾਂ। ਪਰ ਇੱਕ ਤੁਸੀਂ ਲੜਕੀ ਹੋ, ਜਿਵੇਂ ਤੁਸੀਂ ਕਿਹਾ ਤੁਹਾਡੀ ਦੂਜੀ ਸਿਸਟਰਸ ਵੀ ਮੈਰਿਡ ਨੇ, ਪਰ ਉਹ ਕਦੇ ਸੋਚਦੇ ਹੋ ਜਾਂ ਚਾਹੁੰਦੇ ਹੋ ਵੀ ਤੁਹਾਡੀ ਵੀ ਸ਼ਾਦੀ ਹੋਵੇ? ਉਹ ਤਾਂ ਦੇਖੋ ਸਾਰੇ ਹੀ ਦੇ ਮਨ 'ਚ ਹੀ ਹੁੰਦੀ ਹੈ ਗੱਲ, ਤਾਂ ਵੀ ਆਪਣਾ ਘਰ ਪਰਿਵਾਰ ਹੋਵੇ, ਹੈ ਨਾ, ਵੀ ਜਿਵੇਂ ਮੇਰੇ ਭੈਣ ਭਰਾ ਅੱਗੇ ਵਧੇ ਹੋਏ ਨੇ ਉਹਨਾਂ ਦੇ ਵੀ ਮੈਂ ਵੀ ਇਸੇ ਤਰ੍ਹਾਂ ਹੀ ਹੁਣ ਠੀਕ ਹੁੰਦੀ ਤਾਂ ਉਹ ਜਾਂਦਾ ਤਾਂ ਹੈਗਾ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ, ਪਰ ਉਸ ਤੋਂ ਬਾਅਦ ਜਦੋਂ ਧਿਆਨ ਮਾਰੀਦਾ ਫਿਰ ਚੁੱਪ ਕਰ ਜਾਈਦਾ ਹੈਗਾ। ਪਰ ਮੈਨੂੰ ਲੱਗਦਾ ਹੈ ਹੁਣ ਅਸੀਂ ਤੁਹਾਡਾ ਇੰਟਰਵਿਊ ਕਰ ਰਹੇ ਹਾਂ, ਤੁਹਾਨੂੰ ਬਹੁਤ ਲੋਕ ਦੇਖ ਵੀ ਰਹੇ ਹੋਣਗੇ, ਅਤੇ ਆਈ ਥਿੰਕ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਦੁਨੀਆ 'ਤੇ ਚੰਗੇ ਇਨਸਾਨ ਵੀ ਬਹੁਤ ਨੇ, ਅਤੇ ਜੇ ਕੋਈ ਤੁਹਾਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਸ਼ਾਦੀ ਕਰਨ ਦੇ ਲਈ ਤਿਆਰ ਹਾਂ ਔਰ ਅੱਛਾ ਇਨਸਾਨ ਹੋਵੇ, ਤਾਂ ਫਿਰ ਰੁਕਮਣੀ ਦਾ ਕੀ ਜਵਾਬ ਹੋਊਗਾ? ਇਸ ਬਾਰੇ ਤਾਂ ਅੱਜ ਮੈਂ ਕੁਛ ਨਹੀਂ ਕਹਿੰਦੀ ਜੀ, ਕਿਉਂਕਿ ਇਸ ਬਾਰੇ ਮੈਂ ਅਜੇ ਸੋਚਿਆ ਹੀ ਨਹੀਂ ਹੈਗਾ ਜੀ। ਮੈਨੂੰ ਸਿਰਫ ਇੱਦਾਂ ਕਿ ਮੇਰੀ ਸਟੱਡੀ ਕੰਪਲੀਟ ਹੋ ਜੇ ਔਰ ਮੇਰਾ ਕੁਛ ਵੀ ਆਪਣੇ ਪੈਰਾਂ 'ਤੇ ਹੋ ਜਾਵਾਂ, ਬਸ ਕੋਈ ਮੇਰਾ ਅੱਗੇ ਦੀ ਲਾਈਫ ਦਾ ਵਧੀਆ ਬਣ ਜਾਵੇ। ਹਾਂਜੀ।
ਕਰਨਾ ਕੀ ਚਾਹੁੰਦੇ ਹੋ? ਜਿੱਦਾਂ ਹੁਣ ਤੁਸੀਂ 10ਵੀਂ ਦੇ ਐਗਜ਼ਾਮ ਦੇਤੇ, 12ਵੀਂ ਤੁਸੀਂ ਅੱਗਾ ਹਾਂ ਜਿਹੜੀ ਹੈ ਉਹਦੀ ਤਿਆਰੀ ਕਰ ਰਹੇ ਹੋ, ਤਾਂ ਅਲਟੀਮੇਟ ਕੀ ਗੋਲ ਹੈ? ਅਲਟੀਮੇਟਲੀ ਕੀ ਕਰਨਾ ਚਾਹੁੰਦੇ ਹੋ ਤੁਸੀਂ? ਬਸ ਇਸ ਤਰ੍ਹਾਂ ਹੀ ਹੈਗਾ ਕਿ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਕੋਈ ਜੋਬ ਵਗੈਰਾ ਮਿਲਦੀ ਆ ਤਾਂ ਚਲੋ ਵਧੀਆ ਵਧੀਆ ਨਿਕਲ ਜੀ ਮੇਰੀ ਲਾਈਫ ਅੱਗੇ ਦੀ। ਔਰ ਨਹੀਂ ਤਾਂ ਚਲੋ ਜਿਵੇਂ ਵੀ ਆ, ਕੋਈ ਆਪਣਾ ਕੋਈ ਨਾ ਕੋਈ ਰੁਜ਼ਗਾਰ ਸੋਚ ਲਾਂਗੇ ਸਟੱਡੀ ਤੋਂ ਬਾਅਦ ਦਾ, ਘਰਦਿਆਂ ਦੀ ਹੈਲਪ ਨਾਲ ਚਲਾ ਲਾਂਗੇ ਕਿਵੇਂ ਨਾ ਕਿਵੇਂ। ਜਦੋਂ ਤੁਹਾਡੇ ਨਾਲ ਇਹ ਹਾਦਸਾ ਹੁੰਦਾ ਔਰ ਤੁਸੀਂ ਕਿਹਾ ਵੀ ਤੁਹਾਡਾ ਆਪਰੇਸ਼ਨ ਹੋਇਆ, ਉਦੋਂ ਤੁਸੀਂ ਬਹੁਤ ਛੋਟੇ ਮਤਲਬ ਬੱਚੇ ਹੀ ਸੀ 12 ਸਾਲ ਦੇ, ਤਾਂ ਉਦੋਂ ਬਹੁਤ ਜ਼ਿਆਦਾ ਮਨ ਤੇ ਗਹਿਰੀ ਸੱਟ ਵੱਜੀ ਹੋਣੀ ਆ ਵੀ ਆਹ ਮੇਰੇ ਨਾਲ ਕੀ ਹੋ ਗਿਆ। ਹਾਂਜੀ ਇਹ ਤਾਂ ਹੈ ਆ, ਬਿਲਕੁਲ ਹੀ ਮਤਲਬ ਕਿ ਇਸ ਤਰ੍ਹਾਂ ਹੋ ਗਿਆ ਸੀਗਾ ਕਿ ਖਤਮ ਹੀ ਹੋ ਗਈ ਲਾਈਫ। ਫਿਰ ਸਟਰੈਂਥ ਕਿੱਥੋਂ ਮਿਲਦੀ ਸੀ, ਹੌਸਲਾ ਕਿੱਥੋਂ ਮਿਲਦਾ ਸੀ? ਮੈਂ ਬਸ ਉਦੋਂ ਕੁਝ ਵੀ ਨਹੀਂ ਸੀ ਕਰ, ਚੁੱਪਚਾਪ ਅੰਦਰ ਹੀ ਬੈਠੀ ਰਹਿੰਦੀ ਸੀ। ਹਾਂਜੀ ਤੁਸੀਂ ਆਪਣਾ ਮਨ ਨਾ ਕਰੋ, ਪਰ ਫਿਰ ਵੀ ਬਹੁਤ ਹੌਸਲਾ ਤੁਸੀਂ ਹੁਣ ਵੀ ਦਿਖਾ ਰਹੇ ਹੋ, ਕਿਉਂਕਿ ਜਦੋਂ ਅਜਿਹਾ ਹਾਦਸਾ ਹੋ ਜਾਂਦਾ ਤਾਂ ਲੋਕ ਨਾਰਮਲੀ ਜਿਹੜਾ ਹੈ ਹਥਿਆਰ ਸਿੱਟ ਜਾਂਦੇ ਨੇ, ਸੋਚਦੇ ਨੇ ਵੀ ਮੈਂ ਤਾਂ ਹੁਣ ਕੁਝ ਨਹੀਂ ਕਰ ਸਕਦਾ ਜਾਂ ਕੁਝ ਨਹੀਂ ਕਰ ਸਕਦੀ, ਪਰ ਫਿਰ ਵੀ ਤੁਸੀਂ ਹੋਰ ਵੀ ਜਿਹੜੀ ਵੱਡੀ ਮਿਸਾਲ ਇੱਕ ਕਾਇਮ ਕੀਤੀ ਹੈ, ਹੋਰਾਂ ਲਈ ਮਿਸਾਲ ਬਣ ਰਹੇ ਹੋ। ਬਿਲਕੁਲ ਤੁਸੀਂ ਮਨ ਨਾਲ ਆਪਦਾ ਭਾਰਾ ਕਰੋ, ਤੁਸੀਂ ਖੁੱਲ ਕੇ ਗੱਲ ਕਰੋ, ਆਪਣੇ ਦਿਲ ਦੀ ਗੱਲ ਕਰੋ। ਭਾਵੁਕ ਹੋ ਗਏ ਨੇ ਉਹ ਮੰਜ਼ਰ ਯਾਦ ਕਰਕੇ ਰੁਕਮਨੀ, ਔਰ ਹੋਰ ਅੱਗੇ ਕੁਝ ਬੋਲ ਨਹੀਂ ਪਾ ਰਹੇ। ਪਰ ਜਿਸ ਤਰ੍ਹਾਂ ਇੱਕ ਲੜਕੀ ਹੁੰਦੀ ਹੈ, 32 ਸਾਲ ਦੀ ਉਮਰ ਹੈ ਇਹਨਾਂ ਦੀ, ਪਰ ਅਜਿਹਾ ਹਾਦਸਾ ਇਹਨਾਂ ਦੇ ਨਾਲ ਵਾਪਰਿਆ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਰੁਕ ਗਈ, ਥੰਮ ਗਈ, ਪਰ ਫਿਰ ਵੀ ਇਹਨਾਂ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਇਹਨਾਂ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਹੈ, ਪੜ੍ਹਨਾ ਇਹਨਾਂ ਨੇ ਸ਼ੁਰੂ ਕੀਤਾ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਨੇ ਔਰ ਆਪਣਾ ਖਰਚਾ ਉਹਦੇ ਵਿੱਚੋਂ ਕੱਢਦੇ ਨੇ। ਔਰ ਇਹ ਵੀ ਮੈਂ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇੱਕ ਲੜਕੀ ਔਰ ਹਰੇਕ ਲੜਕੀ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੇਰਾ ਆਪਣਾ ਘਰ ਪਰਿਵਾਰ ਹੋਵੇ, ਮੇਰਾ ਵੀ ਘਰ ਵਸੇ। ਸਾਡੇ ਨਾਲ ਰੁਕਮਨੀ ਦੇ ਮੰਮਾ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਆਂਟੀ, ਤੁਹਾਡੀ ਬੱਚੀ ਨੇ ਹੁਣ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਹੈ ਔਰ ਪਹਿਲਾਂ ਹਾਦਸਾ ਹੋ ਗਿਆ ਸੀ, ਵਿੱਚ ਪੜ੍ਹਾਈ ਰੁਕ ਗਈ ਸੀਗੀ, ਤਾਂ ਕਿਵੇਂ ਹੁਣ ਤੁਹਾਨੂੰ ਮਹਿਸੂਸ ਹੁੰਦਾ? ਵੀ ਮਹਿਸੂਸ ਤਾਂ ਹੁੰਦਾ ਹੀ ਜੀ, ਮੈਂ ਹੋਰ ਵੀ ਬੱਚੇ ਹੈਗੇ ਆ। ਮਾਂ ਤਾਂ ਸੋਚਦੀ ਹੈ ਕਿ ਬੱਚੇ ਅੱਗੇ ਵਧਣ, ਪੜ੍ਹਨ, ਵਿਆਹ ਹੋਵੇ। ਧੀ ਦੇ ਬਾਰੇ ਤਾਂ ਖਾਸ ਤੌਰ ਤੇ ਹੀ ਸੋਚਦੀ। ਇਹ ਵੱਡੀ ਆ ਸਾਰਿਆਂ ਤੋਂ, ਸਮਝਦੀ ਇਹਨੇ ਤਾਂ ਜ਼ਿਆਦਾ ਚੜ੍ਹਾਈ ਕਰਨੀ ਸੀ, ਤਾਂ ਕਰਕੇ ਵੀ ਹੁਣ ਚਲੋ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਵੀ। ਮਾਂ ਦਾ ਦਿਲ ਤਾਂ ਦੁਖਦਾ ਹੈ। ਹਾਂਜੀ, ਹੁਣ ਜਿਵੇਂ ਵੱਡੀ ਸੀਗੀ, ਸਾਰਿਆਂ ਤੋਂ ਜ਼ਿਆਦਾ ਚੜ੍ਹਾਈ ਕਰਨੀ ਸੀ ਇਹਨੇ, ਪੜ੍ਹਾਈ ਕੋਈ ਦਿਮਾਗ ਨਹੀਂ ਇਹੋ ਜਿਹਾ, ਵਧੀਆ ਦਿਮਾਗ ਵਾਧੂ ਤੇਜ਼ ਆ। ਹਾਂ, ਚੀਜ਼ਾਂ ਵਧੀਆ ਬਣਾ ਲੈਂਦੀ ਹੈ, ਬੈਠੀ ਨੂੰ ਕੋਈ ਨਹੀਂ ਕਹਿੰਦਾ, ਰੋਟੀ ਪਾਣੀ ਸਾਰਾ ਕੁਝ ਵਧੀਆ ਬਣਾ ਲੈ। ਹਾਂਜੀ, ਸਾਰਾ ਵਧੀਆ ਬਣਾ ਲੈਂਦੀ ਹੈ। ਆ ਹੁਣ ਆਪਣੀ ਛੋਟੀ ਗੁੱਡੀਆ ਕੋਲੇ ਕਾਕਾ ਸੀ, ਅਸੀਂ ਤਾਂ ਫਰੀਦਕੋਟ ਰਹੇ ਹਾਂ, ਇਹਨੇ ਘਰ ਸੰਭਿਆ, ਇਸ ਨੇ ਵਿਚਾਰੀ ਨੇ ਸਾਰਾ ਘਰ ਸੰਭਿਆ ਹੈਗਾ ਸਿਆਲ ਦੇ ਵਿੱਚ, ਲੋਹੜੀ ਤੋਂ ਬਾਅਦ। ਮੈਂ ਉਹਨਾਂ ਨੂੰ ਪੁੱਛ ਰਹੀ ਸੀਗੀ ਵੀ ਜਿਵੇਂ 32 ਸਾਲ ਦੀ ਉਮਰ ਹੋ ਗਈ, ਵੀ ਤੁਸੀਂ ਸੋਚਦੇ ਹੋ ਵੀ ਵਿਆਹ ਹੋਵੇ, ਤੇ ਖੁੱਲ੍ਹ ਕੇ ਨਹੀਂ ਬੋਲੇ, ਤੇ ਮਾਂ ਦਾ ਦਿਲ ਕੀ ਕਹਿੰਦਾ? ਮਾਂ ਕੀ ਸੋਚਦੀ ਹੈ? ਮਾਂ ਤਾਂ ਹੁਣ ਆਈ ਸੋਚਦੇ ਵੀ ਕੋਈ ਲੋੜਵੰਦ ਹੋਵੇ, ਕੋਈ ਵਧੀਆ ਇਹਨੂੰ ਤਰੀਕੇ ਨਾਲ ਰੱਖ ਲਵੇ, ਵੀ ਮੈਂ ਵੀ ਕਿੰਨਾ ਕੁ ਚਿਰ ਸਾਂਭੀ ਜਾਊਂਗੀ। ਮੈਂ ਆਪ ਹੀ ਹੁਣ ਬਿਮਾਰ ਰਹਿਣ ਲੱਗ ਗਈ। ਜੇ ਕੋਈ ਵਧੀਆ ਘਰ-ਬਾਰ ਲੋੜਵੰਦ ਹੋਵੇ, ਕੋਈ ਨਹੀਂ। ਨਹੀਂ, ਚੰਗੇ ਲੋਕ ਵੀ ਬਹੁਤ ਨੇ। ਹਾਂ, ਬਹੁਤ। ਇਹ ਦੇਖੋ, ਇਹ ਜਿਹੜੀ ਦੁਨੀਆ ਹੈ ਚੰਗਿਆਈ ਤੇ ਹੀ ਖੜੀ ਹੈ, ਚੰਗੇ ਲੋਕ ਵੀ ਬਹੁਤ ਨੇ, ਇਹਨਾਂ ਦੀ ਵੀ ਕਿਸਮਤ 'ਚ ਰੱਬ ਨੇ ਲਿਖਿਆ ਹੀ ਹੋਣਾ ਕੁਛ ਨਾ ਕੁਛ ਤਾਂ। ਹਾਂਜੀ ਹਾਂਜੀ, ਅਸੀਂ ਤਾਂ ਕਹਿੰਦੇ ਹਾਂ ਵੀ ਚਲੋ ਕੋਈ ਲੋੜਵੰਦ ਹੋ ਜੇ, ਮੈਂ ਕਰ ਦੂੰਗੀ ਰਿਸ਼ਤਾ ਇਹਦਾ। ਅੱਛਾ, ਇੰਨੀ ਮਤਲਬ ਪ੍ਰੋਬਲਮ ਹੋਣ, ਜਿਵੇਂ ਆਪ ਚੱਲ ਫਿਰ ਨਹੀਂ ਸਕਦੇ, ਫਿਰ ਵੀ ਤੁਸੀਂ ਦੱਸ ਰਹੇ ਹੋ ਵੀ ਘਰ ਦਾ ਵੀ ਸਾਰਾ ਕੰਮ ਕਰਦੇ ਆ? ਹਾਂਜੀ, ਵੀਲ ਚੇਅਰ ਤੇ। ਹੁਣ ਸਵੇਰੇ ਅਸੀਂ ਕਾਹਲੀ 'ਚ ਚਲੇ ਗਏ, ਝਾੜੂ ਬੁੱਕਰ ਇਹਨੇ ਕੀਤੇ ਸਾਰਾ। ਅੱਛਾ ਜੀ। ਹਾਂਜੀ, ਉਸ ਸੰਬੰਧੀ ਗੁੜੀਆ ਬੋਲਣ ਲੱਗ ਗਈ, ਕਹਿੰਦੀ ਮੰਮੀ ਤੁਸੀਂ ਰਾਤ ਤਾਂ ਮੈਨੂੰ ਕਹਿੰਦੇ ਸੀ ਵੀ ਉੱਧਰੋਂ ਆਪਾਂ ਚੱਲਾਂਗੇ, ਵੀ ਹੁਣ ਤੁਸੀਂ ਬਦਲ ਗਏ ਆ ਕਿ ਵੀ ਉੱਧਰ ਜਾਣਾ ਫਰੀਦਕੋਟ। ਮੈਂ ਕਿਹਾ ਵੀ ਉੱਧਰ ਕਿਹੜਾ ਹਜੇ ਹੁਣੀ ਜਾਇਆ ਜਾਊ, ਲੁਧਿਆਣਾ ਨੇੜੇ ਆ, ਤੇ ਮੈਂ ਕਿਹਾ ਚੱਲ ਹਜੇ ਇੱਥੋਂ ਦਵਾਈ ਲੈ ਕੇ ਦੇਖ ਲੈਂਦੇ ਆ। ਤੇ
ਫਿਰ ਇਹ ਕਹਿੰਦੀ ਵੀ ਅਜੇ ਟਾਈਮ ਕੁਛ ਨਹੀਂ ਹੋਇਆ, 7:15 ਹੋਏ ਆ, ਕਹਿੰਦੀ ਤੁਸੀਂ ਜਾਓ ਮੈਂ ਕਰ ਲੂੰਗੀ। ਹਾਂਜੀ ਤਾਂ ਕਰ ਹਾਂਜੀ ਬਣਾ ਲੈਂਦੀ ਹੈ, ਸਭ ਵਧੀਆ ਬਣਾ ਲੈਂਦੀ ਹੈ। ਬਸ ਥੋੜ੍ਹਾ ਜਿਹਾ ਇਹਨੂੰ ਤੁਰਨ ਦੀ ਉਹ ਹੋਈ ਵੀ ਆ, ਪਤਾ ਵੀ ਲੱਗਦਾ ਇਹਨੂੰ, ਤੇ ਵੀ ਬਸ ਤੁਰ ਹੀ ਨਹੀਂ ਪਾਉਂਦੀ ਹੈਗੀ, ਨਾੜਾਂ ਦਾ ਕਰਕੇ ਹੋ ਗਿਆ ਵੀ ਕਿਵੇਂ ਨਾੜ ਬਲੋਕ ਹੋ ਗਈ। ਨਹੀਂ ਡਾਕਟਰ ਨੇ ਹੁਣ ਕਿਵੇਂ ਜਮਾ ਹੀ ਜਵਾਬ ਦਿੱਤਾ ਵੀ ਤੁਰ ਹੀ ਨਹੀਂ ਸਕਦੇ, ਡਾਕਟਰ ਨੇ ਐਦਾਂ ਕਿਹਾ? ਜੀ ਹਾਂਜੀ ਡਾਕਟਰ ਨੇ ਤਾਂ ਜਮਾਂ ਹੀ ਜਵਾਬ ਦੇ ਦਿੱਤਾ ਜੀ। ਡਾਕਟਰ ਤਾਂ ਹੁਣ ਕਹਿੰਦੇ ਆ ਵੀ ਬਾਹਲੀ ਟਾਈਮ ਹੋ ਗਿਆ ਕਿ ਤੇ ਇਹਨਾਂ ਦੀ ਪੈਨਸ਼ਨ ਵਗੈਰਾ, ਹੈਂਡੀਕੈਪ ਦੀ ਪੈਨਸ਼ਨ ਮਿਲਦੀ ਹੈ? ਹਾਂਜੀ ਉਹ ਲੱਗੀ ਹੋਈ ਹੈ ਜੀ। ਹਾਂ ਉਹ ਲੱਗੀ ਹੋਈ ਹੈ ਜੀ। ਹਾਂਜੀ ਤੇ ਉਹ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਤੁਸੀਂ, ਵੀ ਸਰਕਾਰ ਤੋਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ? ਮਦਦ ਤਾਂ ਹੁਣ ਅਸੀਂ ਐਂ ਕਹਿੰਦੇ ਹਾਂ ਜੀ ਵੀ ਇਹ ਦੇਖੋ ਜੋ ਵਿਚਾਰੀ ਦੇ ਇਹਦੇ ਹੁਣ ਭਾਗਾਂ 'ਚ ਸੀਗਾ, ਚਲੋ ਉਹ ਤਾਂ ਹੈਗਾ, ਸਰਕਾਰ ਕੋਈ ਇਹਦੀ ਮਦਦ ਕਰੇ, ਕੋਈ ਚੰਗੇ ਕਿੱਤੇ ਲਾ ਦੇਵੇ, ਕੋਈ ਨੌਕਰੀ ਵਗੈਰਾ ਜੇ ਕੋਈ ਮਿਲ ਜੇ ਇਹਨੂੰ। ਬੈਠਣ ਵਾਲਾ ਕੰਮ ਤਾਂ ਸਾਰਾ ਹੀ ਕਰ ਲੈਂਦੀ ਹੈ, ਥੋੜ੍ਹਾ ਜਿਹਾ ਚੱਲਣ ਫਿਰਨ ਦਾ ਉਹ ਆ ਵੀ ਬੈਠਣ ਵਾਲਾ ਸਾਰਾ ਕੰਮ ਕਰ ਲੈਂਦੀ ਆ, ਕੰਪਿਊਟਰ ਵਗੈਰਾ ਸਾਰਾ ਕੁਛ, ਲਿਖ ਪੜ੍ਹੀ ਸਾਰਾ ਕੁਛ ਕਰ ਲੈਂਦੀ ਆ। ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਗੱਲਬਾਤ ਕਰਨ ਦੇ ਲਈ। ਸੋ ਸਾਡੇ ਨਾਲ ਰੁਕਮਨੀ ਤੇ ਉਹਨਾਂ ਦੇ ਮੰਮਾ ਸੀਗੇ। ਰੁਕਮਨੀ ਦੀ ਕਹਾਣੀ ਦਿਖਾਉਣ ਦਾ ਇਹੀ ਮਕਸਦ ਸੀਗਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਤਾਂ ਇਨਸਾਨ ਨੂੰ ਰੁਕਣਾ ਨਹੀਂ ਚਾਹੀਦਾ, ਉਹਨਾਂ ਨੂੰ ਚੱਲਦੇ ਰਹਿਣਾ ਚਾਹੀਦਾ, ਕਿਉਂਕਿ ਚੱਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੁੰਦਾ ਹੈ। ਤਾਂ ਇੰਨੀ ਵੱਡੀ ਮੁਸੀਬਤ ਆਉਣ ਤੋਂ ਬਾਅਦ ਵੀ ਰੁਕਮਨੀ ਦਾ ਜਿਹੜਾ ਹੌਸਲਾ ਹੈ, ਹੌਸਲਾ ਉਹਨਾਂ ਨੇ ਛੱਡਿਆ ਨਹੀਂ, ਔਰ ਉਸੇ ਹੌਸਲੇ ਦੇ ਜਿਹੜਾ ਹੈਗਾ ਬੇਸ 'ਤੇ ਹੁਣ ਦੁਬਾਰਾ ਇਹਨਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੈ, ਔਰ ਇਹੀ ਚਾਹੁੰਦੇ ਨੇ ਕਿ ਪੜ੍ਹ ਕੇ ਜਿਹੜਾ ਹੈਗਾ ਕਿਤੇ ਸਟੈਂਡ ਕਰਨ, ਔਰ ਸਰਕਾਰ ਤੋਂ ਅਪੀਲ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਕੋਈ ਜੌਬ ਵੀ ਇਹਨਾਂ ਨੂੰ ਸਰਕਾਰੀ ਮਿਲੇ। ਤਾਂ ਰੁਕਮਨੀ ਔਰ ਇਹਨਾਂ ਵਰਗੀਆਂ ਤਮਾਮ ਉਹ ਲੜਕੀਆਂ ਸਾਡੇ ਸਮਾਜ ਦੇ ਲਈ ਇੱਕ ਵੱਡੀ ਮਿਸਾਲ ਨੇ। ਬਠਿੰਡਾ ਤੋਂ ਰਹਿਮਤ ਟੀਵੀ ਦੇ ਲਈ ਆਕਾਂਕਸ਼ਾ ਸਕਸੈਨਾ।